ਅੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਪਿਛਲੇ ਤਕਰੀਬਨ 20-25 ਦਿਨ ਤੋਂ ਇੱਕ ਮੁੱਦਾ ਪੂਰੇ ਭਾਰਤ ਦੇ ਵਿੱਚ ਬੜਾ ਸੁਰਖੀਆਂ 'ਚ ਆਇਆ ਹੋਇਆ। ਸੁਰਖੀਆਂ 'ਚ ਆ ਗਿਆ, ਉਹਦੇ ਬਾਅਦ ਉਹਦੇ 'ਤੇ ਬਹੁਤ ਆਰਟੀਕਲ ਲਿਖੇ ਗਏ। ਲੇਕਿਨ ਪਾਰਲੀਮੈਂਟ 'ਚ ਕੀ ਹੋਇਆ, ਆਰਟੀਕਲਾਂ ਦੇ ਵਿੱਚ ਕੀ ਕੁਛ ਹੋਇਆ, ਅੱਜ ਤੱਕ ਪੂਰੇ ਦੇ ਪੂਰੇ ਭਾਰਤ 'ਚ ਏਡਾ ਭੰਬਲ ਭੂਸਾ ਪਿਆ ਹੋਇਆ ਕਿ ਕਿਸੇ ਨੂੰ ਸਮਝ ਨਹੀਂ ਆਉਂਦੀ ਕਿ ਇਹ ਬਿੱਲ ਲਿਆਂਦਾ ਕਿਉਂ ਗਿਆ। ਐਕਟ ਬਣ ਗਿਆ, ਐਕਟ ਬਣਨ ਤੋਂ ਬਾਅਦ ਇਹਨੇ ਜਾਣਾ ਕਿੱਧਰ ਆ, ਇਹਦਾ ਪੂਰੇ ਭਾਰਤ ਨੂੰ ਫਾਇਦਾ ਕੀ ਆ ਤੇ ਨੁਕਸਾਨ ਕੀ ਆ, ਅੱਜ ਤੱਕ ਇਹਦੀ ਸਮਝ ਨਹੀਂ ਆਈ। ਇੱਥੋਂ ਤੱਕ ਕਿ ਕੁਝ ਟੀਵੀ ਚੈਨਲਾਂ 'ਤੇ ਸਰਵੇ ਵੀ ਸ਼ੁਰੂ ਹੋ ਗਏ। ਜਿਸ ਤਰ੍ਹਾਂ ਅਸੀਂ ਭਾਰਤ ਦੇ ਵਿੱਚ ਗੋਦੀ ਮੀਡੀਆ, ਮੋਦੀ ਮੀਡੀਆ ਤੇ ਘੋੜੀ ਮੀਡੀਆ ਦੀ ਗੱਲ ਕਰਦੇ ਹਾਂ, ਉਹੀ ਕੁਛ ਇੱਥੇ ਹੋਇਆ। ਜੋ ਕੁਛ ਇਲੈਕਸ਼ਨਾਂ ਦੇ ਦੌਰਾਨ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਸਰਵੇ ਜਿਹੜੇ ਆ ਉਹ ਪਹਿਲਾਂ ਓਪੀਨੀਅਨ ਪੋਲ, ਫਿਰ ਐਗਜ਼ੈਕਟ ਪੋਲ ਦਿਖਾ ਕੇ ਤੇ ਕਿਸ ਤਰੀਕੇ ਦੇ ਨਾਲ ਹਵਾ ਜਿਹੜੀ ਆਪਣੇ ਹੱਕ 'ਚ ਕੀਤੀ ਜਾਂਦੀ, ਇਹੀ ਕੁਛ ਇੱਥੇ ਵੀ ਹੋਇਆ। ਪਹਿਲਾਂ ਜਿਸ ਦਿਨ ਲੋਕ ਸਭਾ ਦੇ ਵਿੱਚ ਨਾਗਰਿਕ ਸੋਧ ਬਿੱਲ ਲਿਆਂਦਾ ਗਿਆ, CAB ਦਾ ਨਾਮ ਦਿੱਤਾ ਗਿਆ, ਜਦੋਂ ਨਾਗਰਿਕ ਸੋਧ ਬਿੱਲ ਆਇਆ, ਚਲੋ ਜਦੋਂ ਉਹ ਲੋਕ ਸਭਾ 'ਚ ਪਾਸ ਹੋ ਗਿਆ, ਉਸ ਤੋਂ ਬਾਅਦ ਰਾਜ ਸਭਾ 'ਚ ਪਾਸ ਹੋ ਗਿਆ ਤੇ ਰਾਸ਼ਟਰਪਤੀ ਕੋਲੇ ਚਲਾ ਗਿਆ। ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ। ਫਿਰ CAB ਨਾਲੋਂ A ਕੱਟ ਕੇ CAB ਨਾਲੋਂ B ਕੱਟ ਕੇ CAA ਕਰਤਾ। ਸਮਝ ਨਹੀਂ ਆਈ ਕੀ ਹੋਇਆ ਕੀ ਹੈ। ਚਲੋ ਆ ਗਿਆ, ਉਹਦੇ ਬਾਅਦ ਕੀ ਆਇਆ, ਅਮਿਤ ਸ਼ਾਹ ਦੀ ਬੋਲੀ ਕੁਛ ਹੋਰ ਹੈ, ਪਾਰਲੀਮੈਂਟ 'ਚ ਕੁਛ ਬੋਲ ਕੇ ਜਾਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਨੇ, ਜਦੋਂ ਵਾਵੇਲਾ ਹੁੰਦਾ ਉਹ ਕਹਿੰਦੇ ਕਿ ਜਿਹੜਾ ਕੁਛ ਅਮਿਤ ਸ਼ਾਹ ਜੀ ਕਹਿ ਰਹੇ ਨੇ ਇਹ ਤੇ ਵਿਚਾਰ ਚਰਚਾ ਹੀ ਨਹੀਂ ਹੋਈ। ਉਹਦੇ ਬਾਅਦ ਕੀ ਹੁੰਦਾ ਹੈ ਕਿ ਉਹਦੇ ਬਾਅਦ ਜਦੋਂ ਨਾਗਰਿਕ ਸੋਧ ਐਕਟ ਹੋਂਦ 'ਚ ਆ ਗਿਆ, ਚਾਹੀਦਾ ਤੇ ਇਹ ਸੀ ਕਿ ਨਾਗਰਿਕ ਸੋਧ ਐਕਟ ਤੁਸੀਂ ਲਿਆਂਦਾ। ਰੌਲਾ ਕੀ ਸੀ, ਰੌਲਾ ਤਾਂ ਅਸਾਮ ਦਾ ਸੀ। ਜਿਸ ਵਕਤ 1971 'ਚ ਭਾਰਤ ਨੇ ਪਾਕਿਸਤਾਨ ਤੋਂ ਬੰਗਲਾਦੇਸ਼ ਆਜ਼ਾਦ ਕਰਵਾਇਆ ਸੀ, ਮਾਰਚ 1971 'ਚ, ਜਿਸ ਦਿਨ ਆਜ਼ਾਦ ਹੋਣਾ ਸੀ ਉਸ ਤੋਂ ਪਹਿਲੀ ਰਾਤ ਨੂੰ ਬਹੁਤ ਸਾਰੇ ਬੰਗਲਾਦੇਸ਼ੀ ਜਿਹੜੇ ਸੀ ਉਹ ਘੁਸਪੈਠ ਕਰਕੇ ਜਿਹੜੇ ਸੀ ਉਹ ਅਸਾਮ 'ਚ ਐਂਟਰ ਹੋ ਗਏ। ਜਦੋਂ ਅਸਾਮ 'ਚ ਐਂਟਰ ਹੋ ਗਏ, ਅਸਾਮੀਆਂ ਦੀ ਬੜੇ ਲੰਬੇ ਸਮੇਂ ਦੀ ਮੰਗ ਜਿਹੜੀ ਉਹ ਤੁਰੀ ਆਉਂਦੀ ਸੀ ਕਿ ਸਾਨੂੰ ਇੱਥੋਂ ਦੇ ਜਿਹੜੇ ਬੇਸਿਕ ਨਾਗਰਿਕ ਹੈ, ਜਿਹੜੇ ਇੱਥੋਂ ਦੇ ਵਸਿੰਦੇ ਆ, ਜਿਹੜੇ ਕਿ 1947 ਕੀ 1950-51 ਤੋਂ ਲੈ ਕੇ ਇੱਥੇ ਰਹਿ ਰਹੇ ਨੇ, ਜਿਸ ਵੇਲੇ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਉਹਨਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ, ਬਾਕੀ ਸਾਰਿਆਂ ਦਾ ਇੱਥੋਂ ਬੋਰੀ ਬਿਸਤਰਾ ਗੋਲ ਕੀਤਾ ਜਾਵੇ। ਅਸਾਮ ਦੇ ਵਿੱਚ ਸਟੂਡੈਂਟ ਯੂਨੀਅਨਾਂ ਬਣੀਆਂ, ਸਟੂਡੈਂਟਾਂ ਨੇ ਬੜਾ ਲੰਬਾ ਸੰਘਰਸ਼ ਕੀਤਾ। ਉਹ ਵੱਖਰੀ ਗੱਲ ਕਿ ਉਹ ਬਾਅਦ 'ਚ ਰਾਜ ਸੱਤਾ 'ਤੇ ਵੀ ਕਾਬਜ਼ ਹੋਏ। 1986 ਦੇ ਵਿੱਚ ਜਦੋਂ ਪ੍ਰਫੁੱਲ ਕੁਮਾਰ ਮਹੰਤਾ ਦੀ ਅਗਵਾਈ ਦੇ ਵਿੱਚ ਅਸਾਮ 'ਚ ਸਰਕਾਰ ਬਣੀ, ਉਹ ਪਹਿਲੀ ਸਰਕਾਰ ਸੀ ਜਿਹਦੇ ਵਿੱਚ ਸਾਰੇ ਦੇ ਸਾਰੇ ਮੰਤਰੀ ਜਿਹੜੇ ਅਨਮੈਰਿਡ ਸੀ, ਇੱਕ ਵੀ ਵਿਆਹ ਹੋਇਆ ਨਹੀਂ ਸੀ, ਸਾਰੇ ਦੇ ਸਾਰੇ ਕਾਲਜ ਤੇ ਯੂਨੀਵਰਸਿਟੀਆਂ 'ਚੋਂ ਸਿੱਧੇ ਐਜੀਟੇਸ਼ਨ 'ਚੋਂ ਆਏ ਸੀ ਤੇ ਸਰਕਾਰ ਬਣ ਗਈ। ਲੇਕਿਨ ਮਸਲਾ ਨਹੀਂ ਹੱਲ ਹੋਇਆ, ਮਸਲਾ ਹਰ ਸਾਲ ਉਲਝਦਾ ਤੁਰਿਆ ਜਾ ਰਿਹਾ। ਹੁਣ ਵੀ ਇਹੀ ਕੁਛ ਹੋਇਆ। ਪਹਿਲਾਂ ਨਾਗਰਿਕ ਸੋਧ ਬਿੱਲ, ਫਿਰ ਨਾਗਰਿਕ ਸੋਧ ਐਕਟ, ਉਸ ਦੇ ਬਾਅਦ ਕੌਮੀ ਜਨਸੰਖਿਆ ਰਜਿਸਟਰ ਤੇ ਫਿਰ ਕੌਮੀ ਨਾਗਰਿਕ ਰਜਿਸਟਰ। ਇੱਥੇ ਸਾਰਾ ਕੁਝ ਉਲਝ ਗਿਆ ਆ ਕੇ। ਹੁਣ ਵੀ ਸਾਰਿਆਂ ਦੀ ਸਮਝ ਤੋਂ ਬਾਹਰ ਆ। ਆਰਟੀਕਲ ਇੰਨੇ ਲਿਖ ਦਿੱਤੇ ਗਏ, ਜਿਹੜਾ ਜਿਹਦੇ ਪੱਖ ਦਾ ਉਹਦੇ ਪੱਖ 'ਚ ਲਿਖ ਜਾਂਦਾ, ਲੇਕਿਨ ਸੱਚਾਈ ਤੋਂ ਕੋਹਾਂ ਦੂਰ ਨੇ। ਸਰਕਾਰ ਜਿਹੜੀ ਉਹਨੂੰ ਖੁਦ ਨੂੰ ਸਮਝ ਨਹੀਂ ਆਉਂਦੀ, ਉਹਨਾਂ ਕੀ ਕਰਨਾ। ਅਮਿਤ ਸ਼ਾਹ ਨੇ ਤਾਂ ਪਾਰਲੀਮੈਂਟ 'ਚ ਇੱਥੋਂ ਤੱਕ ਕਹਿ ਦਿੱਤਾ ਕਿ ਕੋਈ ਨਹੀਂ, ਤੁਸੀਂ ਚਿੰਤਾ ਨਾ ਕਰੋ, ਇਹਦੇ ਮਗਰ ਹੀ NPR ਤੇ NRC ਵੀ ਮਗਰ ਹੀ ਆ ਰਿਹਾ। ਇਸ ਸਾਲ ਰਾਸ਼ਟਰੀ ਜਨਗਣਨਾ ਜਿਹੜੀ ਆ ਉਹ ਹੋਣੀ ਆ, ਕਿਉਂਕਿ ਹਰ 10 ਸਾਲ ਬਾਅਦ ਹੁੰਦੀ ਆ। ਚਲੋ ਜਨਸੰਖਿਆ ਰਜਿਸਟਰ ਤੁਸੀਂ ਲਗਾਤਾ, ਜਿਹੜਾ ਕੌਮੀ ਨਾਗਰਿਕ ਰਜਿਸਟਰ ਲਾਤਾ ਉਹਦਾ ਕੀ ਕਰਨਾ। ਜਦੋਂ ਇਹ ਗੱਲ ਮੀਡੀਆ 'ਚ ਉੱਠੀ, ਪੂਰੇ ਭਾਰਤ 'ਚ ਵਾਵੇਲਾ ਹੋਇਆ। ਕੀ ਹਾਲਾਤ ਪੂਰੇ ਭਾਰਤ ਦੀ ਬਣੀ ਪਈ ਆ, ਕਿੰਨੀਆਂ ਜਾਨਾਂ ਜਾ ਚੁੱਕੀਆਂ ਨੇ,
ਕਿੰਨਾ ਪ੍ਰਾਪਰਟੀ ਦਾ ਨੁਕਸਾਨ ਹੋ ਚੁੱਕਿਆ, ਕਿੰਨੀਆਂ ਟ੍ਰੇਨਾਂ ਜਿਹੜੀਆਂ ਉਹ ਰੱਦ ਹੋ ਚੁੱਕੀਆਂ ਨੇ, ਕਿੰਨੀਆਂ ਰੋਡ ਬਲੌਕ ਹੋ ਕੇ ਜਿਹੜੀ ਆਵਾਜਾਈ ਸੀ ਉਹ ਪ੍ਰਭਾਵਿਤ ਹੋਈ ਆ, ਕਿੰਨਾ ਬਿਜ਼ਨਸ ਦਾ ਕੁੱਲ ਲਾਸ ਹੋਇਆ, ਕਿੰਨੀਆਂ ਸਟੇਟਾਂ ਜਿਹੜੀਆਂ ਉੱਥੇ ਬੰਦ ਚੱਲਿਆ, ਕੀ ਹਾਲਾਤ ਬਣੀ। ਬਹੁਤਾਤ ਸਟੇਟਾਂ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਆ, ਤਕਰੀਬਨ 14 ਤੋਂ ਉੱਪਰ ਸਟੇਟਾਂ ਨੇ, ਉਹ 14 ਸਟੇਟਾਂ ਤਕਰੀਬਨ ਇਹ ਫੈਸਲਾ ਲੈ ਚੁੱਕੀਆਂ ਨੇ ਕਿ ਅਸੀਂ ਇਹ ਨਾਗਰਿਕ ਸੋਧ ਐਕਟ ਜਿਹੜਾ ਆਇਆ ਅਸੀਂ ਇਹਨੂੰ ਲਾਗੂ ਹੀ ਨਹੀਂ ਕਰਨਾ। ਉਹਦੇ 'ਚ ਪੰਜਾਬ ਵੀ ਇੱਕ ਸੂਬਾ ਹੈ, ਲੇਕਿਨ ਭਾਰਤ ਸਰਕਾਰ ਕੋ ਟਸ ਤੋਂ ਮਸ ਨਹੀਂ। ਲੇਕਿਨ ਭਾਰਤ ਸਰਕਾਰ ਦੇ ਵੀ ਸਥਿਤੀ ਜਿਹੜੀ ਉਹ ਕੰਟਰੋਲ 'ਚ ਨਹੀਂ ਹੈ ਪਹਿਲੇ ਦਿਨ ਤੋਂ ਹੀ। ਜਦੋਂ ਤੋਂ 2019 ਦੇ ਵਿੱਚ ਬੀਜੇਪੀ ਦੀ ਦੂਸਰੀ ਵਾਰੀ ਸਰਕਾਰ ਬਣੀ ਤਾਂ ਉਹਨਾਂ ਨੇ ਹਰ ਇੱਕ ਮੁੱਦਾ ਜਿਹੜਾ ਉਹਨੂੰ ਬਹੁਤ ਕਾਹਲੀ ਦੇ ਵਿੱਚ ਜਿਹੜਾ ਉਹਨੂੰ ਹੱਲ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ, ਕਿਉਂਕਿ ਇਹ ਲੰਬੇ ਸਮੇਂ ਦਾ ਮਸਲਾ ਸੀ, ਇੱਕ ਦਿਨ ਦੇ ਵਿੱਚ ਇਹ ਹੱਲ ਨਹੀਂ ਸੀ ਹੋਣਾ ਚਾਹੀਦਾ। ਤੇ ਅਸੀਂ ਬੈਠ ਕੇ ਵਿਚਾਰ ਕਰਕੇ 5 ਸਾਲ ਦਾ ਸਮਾਂ ਸੀ, ਹੌਲੀ ਹੌਲੀ ਇਹਨੂੰ ਲਾਗੂ ਕਰ ਦਿੱਤਾ ਜਾਂਦਾ। ਪਰ ਜਿਸ ਤਰੀਕੇ ਦੇ ਨਾਲ ਇੱਥੇ ਅੰਕੜੇ ਸਾਹਮਣੇ ਆ ਰਹੇ ਨੇ ਕਿ ਜਿਹੜਾ ਕੁਛ ਇਹ ਪਹਿਲਾਂ ਤੋਂ ਹੀ ਜਿਹੜਾ ਨਾਗਰਿਕ ਸੋਧ ਐਕਟ ਹੁਣ ਲਿਆਂਦਾ, ਇਹ ਨਾਗਰਿਕ ਸੋਧ ਐਕਟ ਨੇ ਲਿਆ ਕੇ ਹੀ ਪ੍ਰੋਬਲਮ ਖੜੀ ਕੀਤੀ ਆ। ਇਸ ਤੋਂ ਪਹਿਲਾਂ ਜਿਹੜਾ ਉੱਥੇ ਜਨਗਣਨਾ ਹੋ ਰਹੀ ਆ, ਜਿਹੜੀ ਉੱਥੇ ਰਾਇਸ਼ੁਮਾਰੀ ਚੱਲ ਰਹੀ ਆ, ਜੋ ਕੁਛ ਉੱਥੇ ਹੋ ਰਿਹਾ ਉਹ ਕਈ ਵਾਰ ਉਹਦੇ ਤੇ ਇੱਕ ਤਾਂ ਸਰਕਾਰ ਦਾ ਪੈਸਾ ਬਹੁਤ ਲੱਗ ਗਿਆ, ਦੂਸਰੀ ਗੱਲ ਅਜੇ ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਅਸੀਂ ਇਹਦੇ 'ਚ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਨੇ, ਅਸੀਂ ਕਿਸ ਤਰੀਕੇ ਦੇ ਨਾਲ ਆਪਣਾ ਕੇਸ ਜਿਹੜਾ ਉਹ ਪੁੱਟ ਕਰਨਾ, ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ। ਲੇਕਿਨ ਭਾਰਤ ਸਰਕਾਰ ਨੇ ਇੱਕ ਕਹਿ ਦਿੱਤਾ, ਹਰ ਇੱਕ ਨਾਗਰਿਕ ਜਿਹੜਾ, ਪਹਿਲੀ ਗੱਲ ਤਾਂ ਉਹਨਾਂ ਕਿਹਾ ਕਿ ਇਹ ਕੇਵਲ ਤੇ ਕੇਵਲ ਅਸਾਮ ਤੱਕ ਹੀ ਸੀਮਤ ਹੈ, ਅਸਾਮ ਤੋਂ ਅੱਗੇ ਨਹੀਂ। ਪਰ ਨਾਲ ਹੀ ਇਹ ਵੀ ਸਟੇਟਮੈਂਟ ਦੇ ਦਿੰਦੇ ਨੇ ਕਿ 2024 ਤੱਕ ਇਹਨੂੰ ਅਸੀਂ ਪੂਰੇ ਭਾਰਤ 'ਚ ਲਾਗੂ ਕਰਨਾ। ਹੁਣ ਸਵਾਲ ਇਹ ਆ ਕਿ ਤੁਸੀਂ ਭਾਰਤ ਦੇ ਵਸਿੰਦੇ ਹੋ, ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਪਰ ਤੁਹਾਨੂੰ ਸਬੂਤ ਦੇਣਾ ਪਵੇਗਾ। ਤੁਹਾਡੀਆਂ ਪਿਛਲੀਆਂ ਜਿਹੜੀਆਂ 3 ਪੀੜ੍ਹੀਆਂ ਸੀ ਉਹ ਭਾਰਤ ਦੀਆਂ ਹੀ ਰਹਿਣ ਵਾਲੀਆਂ ਸੀ, ਉਹਦੇ ਸਬੂਤ ਪੇਸ਼ ਕਰਨੇ ਪੈਣਗੇ। ਸਬੂਤ ਕਿੱਥੋਂ ਲਿਆਉਂਗੇ? 1950-51 ਤੋਂ ਪਹਿਲਾਂ ਤੋਂ ਤੁਹਾਨੂੰ ਰਿਕਾਰਡ ਚੱਕਣਾ ਪਏਗਾ ਕਿ ਉਸ ਵੇਲੇ ਤੁਸੀਂ, ਤੁਹਾਡੇ ਜਿਹੜੇ ਵੱਡੇ ਵਡੇਰੇ ਸੀ, 3 ਪੀੜ੍ਹੀਆਂ ਪਿਛਲੀਆਂ ਜਿਹੜੀਆਂ ਸੀ, ਉਹ ਕਿੱਥੇ ਰਹਿੰਦੀਆਂ ਸੀ, ਉੱਥੋਂ ਦਾ ਰਿਕਾਰਡ ਜਿਹੜਾ ਉਹ ਤੁਹਾਨੂੰ ਲਿਆਉਣਾ ਪਏਗਾ। ਉਸ ਤੋਂ ਬਾਅਦ ਸੈਲਫ ਅਟੈਸਟਡ ਤੁਹਾਨੂੰ ਉਹ ਦੇਣਾ ਪਏਗਾ। ਚੰਗਾ ਤੇ ਹੁੰਦਾ ਕਿ ਗਸਟਡ ਅਧਿਕਾਰੀਆਂ ਤੋਂ ਵੀ ਮੰਗ ਲਿਆ ਜਾਂਦਾ ਤਾਂ ਸ਼ਾਇਦ ਕੁਛ ਜ਼ਿੰਮੇਵਾਰੀ ਕਿਸੇ ਦੀ ਤੈਅ ਹੋ ਜਾਂਦੀ, ਪਰ ਬੜੀ ਚਲਾਕੀ ਦੇ ਨਾਲ, ਕਿਉਂਕਿ ਮੈਂ ਪਹਿਲਾਂ ਕਿਹਾ ਕਿ ਜਦੋਂ ਇਹ ਐਕਟ ਲਿਆਂਦਾ ਗਿਆ, ਬਿੱਲ ਲਿਆਂਦਾ ਗਿਆ, ਐਕਟ ਬਣ ਗਿਆ, ਕਿਸੇ ਨੂੰ ਸਮਝ ਨਹੀਂ ਆਈ। ਸ਼ਾਇਦ ਸਰਕਾਰ ਦੀ ਚਲਾਕੀ ਸੀ, ਸਰਕਾਰ ਨੂੰ ਤਾਂ ਪਤਾ ਹੋਏਗਾ, ਲੇਕਿਨ ਆਮ ਪਬਲਿਕ ਨੂੰ ਨਹੀਂ ਪਤਾ ਲੱਗਿਆ, ਨਾਗਰਿਕ ਸਮਝ ਨਹੀਂ ਸਕੇ ਤੇ ਆਪੋਜੀਸ਼ਨ ਵੀ ਨਹੀਂ ਸਮਝ ਸਕੀ ਕਿ ਹੋ ਕੀ ਰਿਹਾ, ਮੀਡੀਆ ਦੀ ਵੀ ਸਮਝ 'ਚ ਨਹੀਂ ਆਇਆ। ਇੰਨੀ ਉਥਲ ਪੁਥਲ ਮਚੀ ਪਈ ਆ, ਅਲੱਗ-ਅਲੱਗ ਅੰਕੜੇ ਸਾਹਮਣੇ ਆ ਰਹੇ ਨੇ ਜਿਹੜੇ ਨਸ਼ਰ ਕਰਨੇ ਵੀ ਨਹੀਂ ਜਾਇਜ਼ ਸਮਝੇ ਜਾ ਸਕਦੇ। ਲੇਕਿਨ ਕਿਤੇ ਨਾ ਕਿਤੇ ਇਹੋ ਜਿਹੇ ਹਾਲਾਤ ਬਣਾਈਆਂ ਕਿ ਤੁਸੀਂ ਸੈਲਫ ਅਟੈਸਟਡ ਡਾਕੂਮੈਂਟ ਦਿਓਗੇ। ਜੋ ਸੈਲਫ ਅਟੈਸਟਡ ਦਿਓਗੇ ਤਾਂ ਉਹਦੇ ਵਿੱਚ ਜੇ ਕੱਲ੍ਹ ਨੂੰ ਕੋਈ ਗਲਤੀ ਪਾਈ ਗਈ ਤਾਂ ਇੱਕ ਕੇਸ ਦਾ ਤੁਹਾਨੂੰ ਫਿਰ ਸਾਹਮਣਾ ਕਰਨਾ ਪਏਗਾ ਕਿ ਤੁਸੀਂ ਗਲਤ ਅਟੈਸਟਡ ਕੀਤੇ ਸੀ। ਸੈਲਫ ਅਟੈਸਟਡ ਜਦੋਂ ਕੀਤੇ ਆ, ਤੁਸੀਂ ਕੀਤੇ ਆ, ਅਤੇ ਤੁਹਾਨੂੰ ਉਹਦੀ ਗਲਤੀ ਦਾ ਖਮਿਆਜਾ ਭੁਗਤਣਾ ਪਏਗਾ। ਤੁਸੀਂ ਡਾਕੂਮੈਂਟ ਆਪਣੇ ਜਿਹੜੇ ਆ ਉਹ ਸੰਬੰਧਿਤ ਅਧਿਕਾਰੀਆਂ ਤੱਕ, ਜਿਨ੍ਹਾਂ ਦੇ ਇਸ ਰਾਇਸ਼ੁਮਾਰੀ ਦੇ ਵਿੱਚ ਡਿਊਟੀ ਲੱਗੀ, ਉਹਨਾਂ ਤੱਕ ਤੁਸੀਂ ਪਹੁੰਚਾ ਦਿਓਗੇ। ਪਹਿਲੀ ਗੱਲ ਤਾਂ ਤੁਸੀਂ ਕਰੋੜਾਂ ਕੀ ਅਰਬਾਂ ਰੁਪਇਆ ਦੇਸ਼ ਦਾ ਇਹਦੇ 'ਤੇ ਖਰਚ ਕਰਨ ਲੱਗੇ ਹੋ। ਜਦੋਂ ਤੁਸੀਂ ਖਰਚ ਕਰਨ ਲੱਗੇ ਹੋ ਤਾਂ ਉਹਦੇ ਬਾਅਦ ਜਿਹੜੇ ਨਾਗਰਿਕ ਨੇ ਉਹ ਜਦੋਂ ਉਹਨਾਂ ਦੀ ਨਾਗਰਿਕਤਾ ਜਿਹੜੀ ਆ ਉਹ ਸਹੀ ਨਹੀਂ ਪਾਈ ਗਈ, ਤੁਸੀਂ ਉਹਨਾਂ ਨੂੰ ਇਹ ਕਹਿਤਾ ਕਿ ਤੁਸੀਂ ਸਾਡੇ ਰਿਕਾਰਡ ਦੇ ਮੁਤਾਬਕ ਜੋ ਤੁਸੀਂ ਡਾਕੂਮੈਂਟ ਸਾਨੂੰ ਦਿੱਤੇ ਨੇ ਉਹਦੇ ਮੁਤਾਬਕ ਤੁਸੀਂ 1951 ਤੋਂ ਜਾਂ 1951 ਜਾਂ ਉਸ ਤੋਂ ਪਹਿਲਾਂ ਇਸ ਦੇਸ਼ ਦੇ ਵਸਿੰਦੇ ਨਹੀਂ ਸੀ,
ਜੇ ਨਹੀਂ ਸੀ ਤਾਂ ਫਿਰ ਤੁਹਾਡੇ ਕੋਲ ਇੱਕ ਆਪਸ਼ਨ ਬਚਦੀ ਆ ਕਿ ਜਦੋਂ ਇਸ ਜਿਹੜੀ ਕਮੇਟੀ ਬਣੀ ਆ ਇਹਨੇ ਜਦੋਂ ਤੁਹਾਨੂੰ ਮਾਨਤਾ ਨਹੀਂ ਦਿੱਤੀ, ਉਹਦੇ ਬਾਅਦ ਕੇਵਲ ਤੇ ਕੇਵਲ ਤੁਹਾਡੇ ਕੋਲ ਇੱਕ ਕੋਰਟ ਦਾ ਰਾਹ ਬਚਿਆ। ਤੇ ਜਿਹੜਾ ਕੋਰਟ ਹੈ, ਜਦੋਂ ਕੋਰਟ ਨੇ ਵੀ ਜਦੋਂ ਐਕਟ ਆਲਰੇਡੀ ਬਣ ਚੁੱਕਿਆ, ਜਦੋਂ ਐਕਟ ਆ ਗਿਆ ਤਾਂ ਕੋਰਟ ਵੀ ਉਸ ਐਕਟ ਦੇ ਮੁਤਾਬਕ ਹੀ ਫੈਸਲਾ ਸੁਣਾਏਗੀ। ਜਦੋਂ ਕੋਰਟ ਦਾ ਵੀ ਫੈਸਲਾ ਉਸ ਐਕਟ ਦੇ ਮੁਤਾਬਕ ਆ ਗਿਆ ਤਾਂ ਫਿਰ ਕੀ ਹੋਏਗਾ? ਤਾਂ ਫਿਰ ਉਹਦੇ ਬਾਅਦ ਤੁਹਾਡੀ ਨਾਗਰਿਕਤਾ ਜਿਹੜੀ ਉਹ ਰੱਦ ਸਮਝੀ ਜਾਏਗੀ ਤੇ ਤੁਹਾਨੂੰ ਪਕੜ ਕੇ ਜੇਲ੍ਹ 'ਚ ਬੰਦ ਕਰ ਦਿੱਤਾ ਜਾਏਗਾ। ਤੇ ਉਹਦੇ ਬਾਅਦ ਤੁਸੀਂ ਕਿਸ ਦੇਸ਼ ਤੋਂ ਆਇਆ, ਉਸ ਦੇਸ਼ ਲਈ ਤੁਹਾਨੂੰ ਦੇਸ਼ ਨਿਕਾਲਾ ਜਿਹੜਾ ਉਹ ਦੇਣ ਦੀ ਤਿਆਰੀ ਜਿਹੜੀ ਉਹ ਆਰੰਭ ਹੋ ਜਾਏਗੀ। ਕਹਿਣ ਨੂੰ ਤਾਂ ਸਰਕਾਰ ਮੰਨਦੀ ਨਹੀਂ, ਲੇਕਿਨ ਮੀਡੀਆ ਰਿਪੋਰਟਾਂ ਜਿਹੜੀਆਂ ਅਲੱਗ-ਅਲੱਗ ਸਟੇਟਾਂ ਤੋਂ ਅਲੱਗ-ਅਲੱਗ ਆ ਰਹੀਆਂ ਨੇ ਕਿ ਕਿੰਨੇ ਸੈਂਟਰ ਜਿਹੜੇ ਆਲਰੇਡੀ ਸਟੇਟਾਂ ਦੇ ਵਿੱਚ ਜਿਹੜੇ ਉਹ ਬਣਾ ਦਿੱਤੇ ਗਏ ਆ, ਜਿਹੜੀਆਂ ਖਾਸ ਕਰ ਬੀਜੇਪੀ ਦੇ ਜਾਂ ਬੀਜੇਪੀ ਦੇ ਭਾਈਵਾਲਾਂ ਦੇ ਨਾਲ ਰਲ ਕੇ ਜਿੱਥੇ ਸਰਕਾਰਾਂ ਬਣੀਆਂ ਉੱਥੇ ਇਹ ਐਕਟ ਲਿਆਉਣ ਤੋਂ ਪਹਿਲਾਂ ਹੀ ਜਿਹੜਾ ਕੰਮ ਜਿਹੜਾ ਉਹ ਚੱਲ ਪਿਆ। ਲੇਕਿਨ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ ਉੱਥੇ ਉਹਨਾਂ ਸਰਕਾਰਾਂ ਨੇ ਇਹਦੇ ਤੇ ਸਖਤ ਸਟੈਂਡ ਲੈ ਲਿਆ ਕਿ ਅਸੀਂ ਆਪਣੇ ਸੂਬੇ ਦੇ ਵਿੱਚ ਇਹ ਕੁਝ ਇੰਪਲੀਮੈਂਟ ਨਹੀਂ ਹੋਣ ਦੇਣਾ। ਹੁਣ ਬੀਜੇਪੀ ਜਿਹੜੀ ਕਿ 2014 ਦੇ ਵਿੱਚ ਤਕਰੀਬਨ 36% ਵੋਟਾਂ ਲੈ ਕੇ ਜਿਹੜੀ ਸੀ ਉਹ ਹੋਂਦ 'ਚ ਆਈ ਸੀ, ਤੇ ਜਦੋਂ 2019 ਆਇਆ ਉਹ ਅੰਕੜਾ ਵੱਧ ਕੇ 38% ਤੇ ਚਲਾ ਗਿਆ। ਲੇਕਿਨ ਜਿਹੜੇ ਹੁਣ ਅਲੱਗ-ਅਲੱਗ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਸਰਵੇ ਆ ਰਹੇ ਨੇ ਉਹਦੇ ਵਿੱਚ ਪਹਿਲਾਂ ਤਾਂ ਬਹੁਤਾਤ ਇਹ ਦਿਖਾਈ ਜਾ ਰਹੀ ਹੈ ਕਿ ਲੋਕ ਪਹਿਲਾਂ ਜਦੋਂ ਸ਼ੁਰੂਆਤ ਹੋਈ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਉਹ ਇਸ ਐਕਟ ਦੇ ਅਗੇਂਸਟ ਨੇ, ਇਹ ਅੰਕੜੇ ਦਿੱਤੇ। ਹੌਲੀ ਜਿਸ ਤਰ੍ਹਾਂ ਹਮੇਸ਼ਾ ਹੀ ਸਰਕਾਰੀ ਮੀਡੀਆ ਜਿਹੜਾ ਚਾਹੇ ਉਹ ਪ੍ਰਾਈਵੇਟ ਤੌਰ ਤੇ ਚੱਲਦਾ, ਅਸੀਂ ਹਮੇਸ਼ਾ ਸਰਕਾਰੀ ਮੀਡੀਆ ਦੀ ਗੱਲ ਕਰਦੇ ਕਿ ਮੀਡੀਆ ਸਰਕਾਰ ਦੇ ਇਸ਼ਾਰੇ ਤੇ ਚੱਲਦਾ, ਹੌਲੀ ਲਿਆ ਕੇ ਹਾਲਾਤ ਇੱਥੇ ਕੋ ਲਾ ਦਿੱਤੇ ਕਿ ਬਹੁਤਾਤ ਲੋਕਾਂ ਦੀ ਜਿਹੜੀ ਬਹੁਮਤ ਆ ਉਹ ਇਸ ਐਕਟ ਦੀ ਫੇਵਰ 'ਚ ਆ। ਜੇ ਐਕਟ ਦੀ ਫੇਵਰ 'ਚ ਆ ਤੇ ਫਿਰ ਵੀ ਜਿਹੜਾ 38-40% ਅਜੇ ਵੀ ਵਿਰੋਧ ਦੇ ਵਿੱਚ ਬੈਠਾ, ਤਾਂ ਫਿਰ ਵੀ ਇਹ ਬੀਜੇਪੀ ਨੂੰ ਵੀ ਸੋਚਣਾ ਪਏਗਾ ਕਿ ਜੇ 40% ਤੋਂ ਉੱਪਰ ਜੇ ਤੁਹਾਡੇ ਹੀ ਟੀਵੀ ਚੈਨਲਾਂ ਦੇ ਦਿੱਤੇ ਹੋਏ ਸਰਵੇ ਸਹੀ ਨੇ ਤੇ ਜਿਹੜਾ 40% ਦੇ ਲਗਭਗ ਤੁਹਾਡੇ ਵਿਰੋਧ 'ਚ ਬੈਠਾ, ਤਾਂ ਫਿਰ ਉਹਦੇ ਲਈ ਤੁਹਾਨੂੰ ਵੀ ਆਉਣ ਵਾਲੇ ਸਮੇਂ 'ਚ ਸੋਚਣਾ ਪਏਗਾ ਕਿ ਜਿਹੜਾ ਉਹ 40% ਉਹ ਕਿੱਥੇ ਜਾਏਗਾ। ਰਹੀ ਗੱਲ ਇਸ ਤੋਂ ਅਗਲੀ ਕਿ ਬੀਜੇਪੀ ਸਿਰਫ ਇੱਕੋ ਹੀ ਹੈ, ਚਾਹੇ ਉਹ ਧਾਰਾ 370 ਤੇ 35 ਇਹ ਖਤਮ ਕਰਨ ਦੀ ਗੱਲ ਹੋਵੇ, ਚਾਹੇ ਉਹ ਅਯੁੱਧਿਆ 'ਚ ਰਾਮ ਮੰਦਰ ਬਣਾਉਣ ਦੀ ਗੱਲ ਹੋਵੇ। ਜਿਸ ਤਰ੍ਹਾਂ ਸੁਪਰੀਮ ਕੋਰਟ ਤੋਂ ਫੈਸਲਾ ਆਇਆ ਉਹ ਕਿਸੇ ਤੋਂ ਛੁਪਿਆ ਨਹੀਂ। ਜਿਸ ਤਰ੍ਹਾਂ 3 ਤਲਾਕ ਦੇ ਵਿਰੋਧ ਦੇ ਵਿੱਚ ਇੱਕ ਬਿੱਲ ਲਿਆਂਦਾ ਸੀ, 3 ਤਲਾਕ ਨੂੰ ਸੋਧ ਕੀਤੀ ਗਈ ਹੈ, ਉਸੇ ਤਰੀਕੇ ਦੇ ਨਾਲ ਹੀ ਹੁਣ ਜਿਹੜਾ ਇਹ ਐਕਟ ਲਿਆਂਦਾ ਕਿਤੇ ਨਾ ਕਿਤੇ ਇਹਦੇ 'ਚ ਲਿਆ ਕੇ ਬੀਜੇਪੀ ਨੇ ਬਹੁਤ ਕਾਹਲੀ ਕੀਤੀ ਆ। ਉਸ ਕਾਹਲੀ ਦੇ ਵਿੱਚ ਇੰਨੀ ਹਫੜਾ ਦਫੜੀ ਮਚਾ ਦਿੱਤੀ ਆ ਕਿ ਜਦੋਂ ਇੱਕ ਸਟੇਟ ਤੋਂ ਚੱਲਿਆ ਫਿਰ ਦੂਜੀ ਸਟੇਟ, ਫਿਰ ਤੀਜੀ, ਫਿਰ ਚੌਥੀ, ਜੋ ਬੀਜੇਪੀ ਦਾ ਏਜੰਡਾ ਕਿ ਇੱਕ ਪੂਰੇ ਭਾਰਤ ਦੇ ਵਿੱਚ ਇੱਕ ਪਾਰਟੀਸ਼ਨ ਐਸੀ ਕਰ ਦਿੱਤੀ ਜਾਵੇ ਕਿ ਇੱਕ ਪੂਰੇ ਦਾ ਪੂਰਾ ਤਬਕਾ ਜਿਹੜਾ ਉਹ ਸਰਕਾਰ ਨਾਲ ਖੜ ਜਾਵੇ ਤੇ ਬਾਕੀ ਉਹਦੇ ਵਿਰੋਧ 'ਚ ਆ ਜਾਣ, ਤੇ ਜਿਹੜੇ ਤਬਕੇ ਕੋਲ ਬਹੁਮਤ ਆ ਉਹ ਸਰਕਾਰ ਨਾਲ ਖੜੇ, ਤਾਂ ਕਿ ਅੱਗੇ ਤੋਂ ਸਰਕਾਰ ਬਣਾਉਣ ਦੇ ਲਈ ਸਾਨੂੰ ਕਦੀ ਕਠਿਨਾਈ ਦਾ ਸਾਹਮਣਾ ਨਾ ਕਰਨਾ ਪਵੇ। ਜਿਹੜਾ ਕੁਝ ਪਹਿਲਾਂ ਕਾਂਗਰਸ ਕਰਦੀ ਰਹੀ ਆ 1947 ਤੋਂ ਲੈ ਕੇ ਲਗਾਤਾਰ ਕਾਂਗਰਸ ਦੀ ਵੀ ਇਹੀ ਰਹੀ ਕਿ ਉਹਨਾਂ ਨੇ ਇੱਕੋ ਹੀ ਤਬਕੇ ਨੂੰ ਲੈ ਕੇ ਆਪਣੀ ਸਰਕਾਰ ਬਣਾਉਣੀ। 1984 'ਚ ਕੀ ਹੋਇਆ ਸੀ? 1984 'ਚ ਇੱਕੋ ਹੀ ਗੱਲ ਹੋਈ ਸੀ ਕਿ ਸਿੱਖ ਜਿਹੜੇ ਨੇ ਉਹ ਸਾਡੇ ਵਿਰੋਧੀ ਨੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਕਤਲ ਕੀਤਾ, ਇਸ ਕਰਕੇ ਅਸੀਂ ਸਿੱਖਾਂ ਦਾ ਵਿਰੋਧ ਕੀਤਾ। ਸਿੱਖ ਜਿਹੜੇ ਨੇ ਉਹ ਸਾਡੇ ਵਿਰੋਧੀ ਨੇ, ਉਹਨਾਂ ਪ੍ਰਧਾਨ ਮੰਤਰੀ ਦਾ ਜਿਹੜਾ ਉਹ ਕਤਲ ਕੀਤਾ ਤੇ ਅਸੀਂ ਹਿੰਦੂਆਂ ਦੇ ਰਖਵਾਲੇ ਆ। ਤੇ ਬਹੁਤ ਵੱਡਾ ਬਹੁਮਤ ਜਿਹੜਾ ਸੀ ਉਹ ਲੈ ਕੇ ਉਸ ਵੇਲੇ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣੇ। ਕਿਤੇ ਨਾ ਕਿਤੇ ਇਹੀ ਉਹੀ ਕੁਝ ਜਿਹੜਾ ਕਾਂਗਰਸ ਦਾ ਏਜੰਡਾ ਸੀ ਉਸੇ ਨੂੰ ਬੀਜੇਪੀ ਜਿਹੜੀ ਆ ਉਹ ਹਥਿਆ ਕੇ ਅੱਗੇ ਵਧੀ ਹੋਈ ਆ। ਲੇਕਿਨ ਇਹ ਹੱਥ ਕੰਡੇ ਕਈ ਵਾਰੀ ਉਲਟ ਵੀ ਪੈਂਦੇ ਨੇ। ਹਰਿਆਣੇ 'ਚ ਕੀ ਹੁੰਦਾ ਸੀ ਜਦੋਂ ਭਜਨ ਲਾਲ ਸੱਤਾ 'ਚ ਆਇਆ ਹਰਿਆਣੇ 'ਚ,
ਚੌਧਰੀ ਦੇਵੀ ਲਾਲ ਨੂੰ ਪਾਸੇ ਕਰਕੇ ਉਹਨੇ ਉਸ ਵੇਲੇ ਜਨਤਾ ਪਾਰਟੀ ਦੀ ਸਰਕਾਰ 'ਚ ਮੁੱਖ ਮੰਤਰੀ ਬਣਿਆ ਸੀ। ਮੁੜ ਕੇ ਪੂਰੀ ਦੀ ਪੂਰੀ ਸਰਕਾਰ ਲੈ ਕੇ ਹੀ ਕਾਂਗਰਸ 'ਚ ਸ਼ਾਮਲ ਹੋ ਗਿਆ ਸੀ। ਉਹਨੇ ਵੀ ਹਰਿਆਣੇ ਦੇ ਵਿੱਚ ਇੱਕੋ ਹੀ ਜਿਹੜਾ ਅਡੰਬਰ ਰਚਿਆ ਸੀ, ਉਹਨੇ ਇਹ ਸੋਚਿਆ ਸੀ ਕਿ ਜਿਹੜੀ ਚੌਧਰੀ ਦੇਵੀ ਲਾਲ ਤੇ ਉਹਦੀ ਪਾਰਟੀ ਜਿਹੜੀ ਰਾਜਨੀਤੀ ਉਹ ਜਾਟਾਂ ਤੱਕ ਸੀਮਤ ਸੀ। ਉਹਨੇ ਸੋਚਿਆ ਵੀ ਜਾਟਾਂ ਨੂੰ ਟਾਰਗੇਟ ਕਰਕੇ ਬਾਕੀ ਸਾਰੀਆਂ ਕਾਸਟਾਂ ਇੱਕ ਜਗ੍ਹਾ ਤੇ ਇਕੱਠੀਆਂ ਕਰ ਲਓ, ਇਕੱਠੀਆਂ ਕਰਕੇ ਮੇਰੀ ਰਾਜਨੀਤੀ ਜਿਹੜੀ ਉਹ ਆਸਾਨੀ ਨਾਲ ਚੱਲੀ ਜਾਏਗੀ। ਤੇ ਉਹਦੀ ਚੱਲੀ, ਬੜਾ ਲੰਬਾ ਸਮਾਂ ਰਾਜ ਕਰ ਗਿਆ। ਉਹ ਬੀਜੇਪੀ ਨੇ ਵੀ ਉਹੀ ਕੁਝ ਕੀਤਾ ਹੈ। ਬੀਜੇਪੀ ਨੇ ਸੱਤਾ 'ਚ ਆ ਕੇ 5 ਸਾਲ ਇਹੀ ਕੁਝ ਚਲਾਇਆ ਕਿ ਜਾਟ ਨੂੰ ਇੱਕ ਸਾਈਡ ਤੇ ਕਰ ਦਿਓ। ਜਾਟ ਅੰਦੋਲਨ ਹਰਿਆਣੇ 'ਚ ਚੱਲਿਆ, ਕਿੰਨਾ ਵੱਡਾ ਨੁਕਸਾਨ ਹਰਿਆਣਾ ਸਟੇਟ ਦਾ ਹੋਇਆ। ਲੇਕਿਨ ਬੀਜੇਪੀ ਠੱਸ ਤੋਂ ਮੱਸ ਨਹੀਂ ਹੋਈ। ਉਹਨਾਂ ਨੂੰ ਸੀ ਕਿ ਜਾਟ ਸਾਡੇ ਵਿਰੋਧੀ ਹੋ ਜਾਓ, ਬਾਕੀ ਸਾਰੇ ਦਾ ਸਾਰਾ ਸਾਡੇ ਨਾਲ ਇਕੱਠਾ ਹੋ ਜਾਏ ਤੇ ਸਾਡੀ ਸਰਕਾਰ ਜਿਹੜੀ ਹੈ ਉਹ ਵਾਪਸੀ ਕਰ ਜਾਏਗੀ। 47 ਸੀਟਾਂ 2014 'ਚ ਜਿੱਤਣ ਵਾਲੀ ਬੀਜੇਪੀ 2019 'ਚ ਆ ਕੇ 40 ਤੇ ਸਿਮਟ ਗਈ ਤੇ ਉਹਨੂੰ ਫਿਰ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਅਲੱਗ ਹੋਏ ਧੜੇ ਦੇ ਨਾਲ ਰਲ ਕੇ ਆਪਣੀ ਸਰਕਾਰ ਜਿਹੜੀ ਉਹ ਬਣਾਉਣੀ ਪਈ। ਕਿਤੇ ਨਾ ਕਿਤੇ ਬੀਜੇਪੀ ਜਿਸ ਏਜੰਡੇ ਤੇ ਚੱਲ ਰਹੀ ਆ, ਇਹ ਜ਼ਰੂਰੀ ਨਹੀਂ ਏਜੰਡਾ ਜਿਹੜਾ ਇਹ ਕਾਮਯਾਬ ਹੋਵੇ। ਜਿਸ ਤਰੀਕੇ ਦੇ ਨਾਲ ਹੁਣ ਇੱਥੇ ਮਾਰ ਪੈਣੀ ਆ ਕਿ ਬੰਗਲਾਦੇਸ਼ ਚੋਂ ਕਿੰਨੇ ਕੁ ਘੁਸਪੈਠੀਆਂ ਨੇ, ਉਹਨਾਂ ਨੂੰ ਕੱਢਣਾ ਅੱਜ ਦਾ ਕੱਢਣਾ। ਤੁਸੀਂ ਜਦੋਂ ਉਸ ਵੇਲੇ ਜਦੋਂ ਬੰਗਲਾਦੇਸ਼ ਆਜ਼ਾਦ ਕਰਾਇਆ, ਇਹ ਉਦੋਂ ਸੰਗਿਆਨ ਲੈਂਦੇ। ਉਸ ਵੇਲੇ ਜਿੰਨੇ ਬੰਗਲਾਦੇਸ਼ੀ ਘੁਸਪੈਠ ਕੀਤੇ ਸੀ, ਉਸ ਵੇਲੇ ਉਹਨਾਂ ਦੀ ਆਇਡੈਂਟੀਫਿਕੇਸ਼ਨ ਹੋ ਸਕਦੀ ਸੀ, ਉਸ ਵੇਲੇ ਹੀ ਉਹਨਾਂ ਨੂੰ ਵਾਪਸ ਕਰਦੇ। ਤੇ ਬਾਕੀ ਜਿੱਥੋਂ ਤੱਕ ਰਾਜਸੀ ਸ਼ਰਨ ਦਾ ਸਵਾਲ ਆ, ਰਾਜਸੀ ਸ਼ਰਨ ਤਾਂ ਪੂਰੇ ਵਰਲਡ ਦੇ ਵਿੱਚ ਚੱਲਦੀ ਆ। ਉਹ ਅਲੱਗ ਗੱਲ ਆ ਕਿ ਜਿਹੜੇ ਦੋ ਕੰਟਰੀਆਂ ਦਾ ਆਪਸ 'ਚ ਸਮਝੌਤਾ ਹੁੰਦਾ, ਉਸ ਕੰਟਰੀ ਦਾ ਦੂਸਰੇ ਕੰਟਰੀ 'ਚ ਜਾ ਕੇ ਸ਼ਰਨ ਨਹੀਂ ਦਿੱਤੀ ਜਾਂਦੀ। ਬਾਕੀ ਤਾਂ ਮੋਸਟਲੀ ਸਾਰੇ ਪੂਰੇ ਵਰਲਡ 'ਚ ਚੱਲਦੀ ਆ। ਕਿੰਨੇ ਭਾਰਤ ਦੇ ਵਿੱਚੋਂ ਖਾਸ ਕਰ ਪੰਜਾਬ ਤੋਂ ਵਿਦੇਸ਼ਾਂ 'ਚ ਜਾ ਕੇ ਕਿੰਨੀ ਰਾਜਸੀ ਸ਼ਰਨ ਜਿਹੜੀ ਉਹ ਲਈ ਗਈ ਆ। ਤੇ ਇਸ ਕਰਕੇ ਜੇ ਕੱਲ ਨੂੰ ਕੋਈ ਪਾਕਿਸਤਾਨ ਤੋਂ ਆਉਂਦਾ, ਅਫਗਾਨਿਸਤਾਨ ਤੋਂ ਆਉਂਦਾ ਤੇ ਬੰਗਲਾਦੇਸ਼ ਤੋਂ ਵੀ ਆਉਂਦਾ ਜਾਂ ਹੋਰ ਦੇਸ਼ਾਂ ਤੋਂ ਵੀ ਆਉਂਦਾ, ਜੋ ਰਾਜਸੀ ਸ਼ਰਨ ਮੰਗਦਾ ਤਾਂ ਉਹਨੂੰ ਦੇਣੀ ਬਣਦੀ ਆ, ਉਹਨਾਂ ਦਾ ਰਾਈਟ ਆ। ਤੁਸੀਂ ਇਹ ਤਾਂ ਨਹੀਂ ਕਰ ਦੋਗੇ ਕਿ ਜਿਸ ਤਰ੍ਹਾਂ ਮੋਹਨ ਭਾਗਵਤ ਨੇ ਕਹਿਤਾ ਕਿ 130 ਕਰੋੜ ਜਿਹੜਾ ਉਹ ਪੂਰੇ ਦਾ ਪੂਰਾ ਹਿੰਦੂ ਹੈ, ਇਹ ਹਿੰਦੂ ਰਾਸ਼ਟਰ ਹੈ। ਮੈਸੇਜ ਕੀ ਦੇਣਾ ਚਾਹੁੰਦੇ ਆ? ਪ੍ਰਧਾਨ ਮੰਤਰੀ ਕੁਛ ਬੋਲਦੇ ਆ, ਹੋਮ ਮਿਨਿਸਟਰ ਕੁਛ ਬੋਲਦੇ ਆ, ਉਧਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਕੁਛ ਬੋਲਦਾ ਤੇ RSS ਦਾ ਮੁਖੀ ਜਿਹੜਾ ਉਹ ਕੁਛ ਹੋਰ ਬੋਲਦਾ। ਕਿਤੇ ਨਾ ਕਿਤੇ ਜਿਹੜੇ ਤੌਂਖਲੇ ਖੜੇ ਕੀਤੇ ਨੇ ਉਹ ਜਾਣ ਬੁੱਝ ਕੇ ਸਰਕਾਰ ਨੇ ਕੀਤੇ ਆ। ਅੰਕੜੇ ਚੁਕਾਉਣ ਵਾਲੇ ਨੇ ਜਿਹੜੇ ਪਬਲਿਸ਼ ਹੋਏ ਆ, ਉਹ ਹਾਲ ਦੀ ਘੜੀ ਅਸੀਂ ਇਸ ਕਰਕੇ ਲਿਆਉਂਦੇ ਕਿ ਅਲੱਗ-ਅਲੱਗ ਮੀਡੀਆ ਦੇ ਵਿੱਚ ਅਲੱਗ-ਅਲੱਗ ਸਰਵੇ ਜਿਹੜੇ ਉਹ ਆ ਰਹੇ ਨੇ ਕਿ ਕਿੰਨੇ ਲੱਖ ਵਿਅਕਤੀ ਆ ਜਿਹਦਾ ਤੁਸੀਂ ਨਾਗਰਿਕਤਾ ਜਿਹੜੀ ਉਹਦੀ ਰੱਦ ਕਰ ਚੁੱਕੇ ਹੋ, ਉਹ 'ਚੋਂ ਕਿੰਨੇ ਹਜ਼ਾਰ ਨੂੰ ਤੁਸੀਂ ਅਰੈਸਟ ਕਰ ਚੁੱਕੇ ਹੋ, ਕਿੰਨਿਆਂ ਦੀ ਕੋਰਟ ਤੋਂ ਵੀ ਮਾਨਤਾ ਜਿਹੜੀ ਨਾਗਰਿਕਤਾ ਜਿਹੜੀ ਉਹ ਰੱਦ ਹੋ ਚੁੱਕੀ ਹੈ। ਉਹ ਅੰਕੜਿਆਂ ਨੂੰ ਛੁਪਾਇਆ ਗਿਆ। ਜਿਸ ਤਰੀਕੇ ਦੇ ਨਾਲ ਪਿਛਲੇ 5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਧਾਰਾ 370 ਤੇ 35 ਇਹ ਖਤਮ ਕਰਕੇ ਜੰਮੂ ਕਸ਼ਮੀਰ ਦਾ ਜੋ ਉੱਥੇ ਮਨੁੱਖੀ ਅਧਿਕਾਰਾਂ ਦਾ ਹਨਨ ਕੀਤਾ ਗਿਆ ਤੇ ਜਿਸ ਤਰੀਕੇ ਦੇ ਨਾਲ ਉੱਥੋਂ ਕੋਈ ਵੀ ਗੱਲ ਜਿਹੜੀ ਉਹ ਬਾਹਰ ਨਹੀਂ ਨਿਕਲ ਦਿੱਤੀ ਜਾ ਰਹੀ, ਇਹੀ ਕੁਛ ਜਿਹੜੇ ਦੱਖਣ ਦੇ ਸਟੇਟਾਂ ਨੇ, ਜਿਹ 'ਚ ਖਾਸ ਕਰ ਅਸਾਮ ਆ, ਉਹਦੇ 'ਚ ਤੁਸੀਂ ਜੋ ਕੁਛ ਕਰ ਰਹੇ ਹੋ, ਚਾਹੀਦਾ ਤਾਂ ਇਹ ਸੀ ਕਿ ਜਿਹੜੇ ਨਾਗਰਿਕ ਸੀ ਉਹਨਾਂ ਨੂੰ ਜੇ ਤੁਸੀਂ ਵਾਪਸ ਭੇਜਣਾ ਸੀ। ਬੰਗਲਾਦੇਸ਼ ਨੇ ਬੜੀ ਸੋਹਣੀ ਸਟੇਟਮੈਂਟ ਦਿੱਤੀ। ਉਹਨਾਂ ਕਿਹਾ ਕਿ ਜਿਹੜੇ ਸਾਡੇ ਨਾਗਰਿਕ ਭਾਰਤ ਦੇ ਵਿੱਚ ਜਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ, ਅਸੀਂ ਉਹਨਾਂ ਨੂੰ ਵਾਪਸ ਲੈਣ ਲਈ ਤਿਆਰ ਹਾਂ, ਵਾਪਸ ਭੇਜ ਦਿੱਤੇ ਜਾਣ। ਉਹ ਵੱਖਰੀ ਗੱਲ ਆ ਕਿ ਉਹ ਲੋਕ ਵਾਪਸ ਨਹੀਂ ਜਾਣਾ ਚਾਹੁੰਦੇ, ਲੇਕਿਨ ਹਰ ਇੱਕ ਦੇਸ਼ ਦੇ ਵਿੱਚ ਭਾਰਤ ਦੇ ਵਿੱਚੋਂ ਵੀ ਤੁਸੀਂ ਲਓ ਕਿ ਕਿੰਨੇ ਵਿਅਕਤੀ ਨੇ ਜਿਹੜੇ 2 ਨੰਬਰ ਦੇ ਵਿੱਚ ਕਿਸ ਤਰ੍ਹਾਂ ਜੰਗਲਾਂ ਵਿੱਚ ਦੀ ਹੋ ਕੇ ਕਿਸ ਤਰ੍ਹਾਂ ਦੀਵਾਰਾਂ ਟੱਪ ਕੇ ਇੱਕ ਕੰਟਰੀ ਤੋਂ ਦੂਸਰੇ 'ਚ ਐਂਟਰ ਹੁੰਦੇ ਨੇ। ਕਈ ਤਾਂ ਮੰਜ਼ਿਲ ਤੱਕ ਪਹੁੰਚ ਜਾਂਦੇ ਨੇ, ਬਹੁਤੇ ਵਿਚਾਰੇ ਰਾਹਾਂ ਦੇ ਵਿੱਚ ਹੀ ਜਿਹੜੀਆਂ ਉਹ ਆਪਣੀਆਂ ਕੀਮਤੀ ਜਾਨਾਂ ਜਿਹੜੀਆਂ ਗਵਾ ਬੈਠਦੇ ਨੇ। ਇਹੀ ਕੁਛ ਇੱਥੇ ਵੀ ਹੋਇਆ ਕਿਤੇ ਨਾ ਕਿਤੇ ਠਾਮੇ ਤੋਂ ਬੈਠ ਕੇ ਇਹ ਜਿਹੜਾ ਇਹਦੇ ਉੱਤੇ ਕੋਈ ਸੰਗਿਆਨ ਲੈਣਾ ਬਣਦਾ ਸੀ, ਲੇਕਿਨ ਬਦਕਿਸਮਤੀ ਠਾਮੇ ਦੇ ਨਾਲ ਸੰਗਿਆਨ ਨਹੀਂ ਲਿਆ ਗਿਆ। ਕੇਵਲ ਤੇ ਕੇਵਲ ਇੱਕੋ ਹੀ ਫੈਸਲਾ ਲੈ ਲਿਆ ਗਿਆ ਕਿ ਅਸੀਂ ਇਹਦੇ ਵਿੱਚ ਇੱਕ ਖਾਸ ਤਬਕਾ ਜਿਹੜਾ ਉਹਨੂੰ ਇੱਥੋਂ ਬਾਹਰ ਕਰਨਾ ਤੇ ਆਪਣੇ ਜਿਹੜੇ ਆ ਉਹਨਾਂ ਨੂੰ ਇੱਥੇ ਰਾਜਸੀ ਸ਼ਰਨ ਦੇਣੀ ਹੈ। 3 ਕੰਟਰੀਆਂ ਦੀ ਗੱਲ ਕਰ ਦਿੱਤੀ ਗਈ, ਲੇਕਿਨ ਸ਼ਰਨ ਕਿੰਨਿਆਂ ਕੁ ਨੂੰ ਦਿੱਤੀ ਆ?
ਤੁਸੀਂ ਕਿਤੇ ਨਾ ਕਿਤੇ ਜਾਂ ਤਾਂ ਤੁਸੀਂ ਸ਼ਰਨ ਜਿਹੜੀ ਸੀ ਉਹ ਸਭ ਦੇ ਲਈ ਬੰਦ ਕਰਦੇ, ਜਾਂ ਇਹ ਕਰਦੇ ਕਿ ਜਿਹੜੇ ਬੰਗਲਾਦੇਸ਼ੀ ਆ ਗਏ ਸੀ ਉਹਨਾਂ ਨੂੰ, ਜਿਸ ਤਰ੍ਹਾਂ ਅਸਾਮ ਕਹਿ ਰਿਹਾ ਕਿ ਜਿਹੜੇ ਬੰਗਲਾਦੇਸ਼ੀ ਉਸ ਵੇਲੇ ਦੇ ਬੈਠੇ ਨੇ ਉਹ ਸਾਡੀ ਸਟੇਟ ਤੋਂ ਬਾਹਰ ਕਰੋ, ਤੁਸੀਂ ਉਹਨਾਂ ਨੂੰ ਬਿਠਾਓਗੇ ਕਿੱਥੇ? ਹੁਣ ਤੁਹਾਡੀ ਮਨਸ਼ਾ ਕਿ ਉਹਨਾਂ ਨੂੰ ਬਿਠਾਵਾਂਗੇ, ਪਰ ਬਿਠਾਵਾਂਗੇ ਉਹਨਾਂ ਸਟੇਟਾਂ ਦੇ ਵਿੱਚ ਜਿੱਥੇ ਸਾਡੀ ਸਰਕਾਰ ਨਹੀਂ ਬਣਦੀ, ਉਹਨਾਂ ਸਟੇਟਾਂ ਉਹਨਾਂ ਨੂੰ ਮਾਨਤਾ ਦੇ ਦਿਆਂਗੇ। ਜਦੋਂ ਤੁਸੀਂ ਉਹਨਾਂ ਨੂੰ ਨਾਗਰਿਕਤਾ ਦੇ ਦਿੱਤੀ, ਤੇ ਨਾਗਰਿਕਤਾ ਦੇਣਾ ਅਧਿਕਾਰ ਕੇਵਲ ਤੇ ਕੇਵਲ ਜਿਹੜਾ ਉਸ ਕੇਂਦਰ ਸਰਕਾਰ ਕੋਲੇ ਆ। ਜਦੋਂ ਭਾਰਤ ਸਰਕਾਰ ਕੋਲੇ, ਭਾਰਤ ਸਰਕਾਰ ਨੇ ਜਦੋਂ ਦੇ ਦਿੱਤੀ ਮਾਨਤਾ, ਤੇ ਉਹ ਜਿਹੜੀ ਸਟੇਟ ਦੀ ਦਿਓਗੇ ਉੱਥੇ ਜਾ ਕੇ ਉਹ ਬੈਠ ਜਾਣਗੇ। ਜਦੋਂ ਉਹ ਸਟੇਟ ਦੇ ਵਿੱਚ ਬੈਠ ਗਏ ਤੇ ਉੱਥੇ ਤੁਹਾਡੀ ਮਨਸ਼ਾ ਇੱਕੋ ਹੀ ਆ ਕੇਵਲ ਤੇ ਕੇਵਲ ਕਿ ਉੱਥੇ ਅਸੀਂ ਬਿਠਾ ਕੇ ਉੱਥੇ ਆਪਣਾ ਵੋਟ ਬੈਂਕ ਪੱਕਾ ਕਰੀਏ। ਜਿਹੜੀਆਂ ਸਟੇਟਾਂ 'ਚ ਸਾਡੇ ਪੈਰ ਨਹੀਂ ਲੱਗਦੇ ਉਹਨਾਂ ਸਟੇਟਾਂ ਨੂੰ ਅਸੀਂ ਆਪਣੇ ਬਲਬੂਤੇ 'ਤੇ ਜਿੱਤਣ ਦੀ ਜਿਹੜੀ ਉਹ ਸਮਰੱਥਾ ਰੱਖੀਏ। ਕਿਤੇ ਨਾ ਕਿਤੇ ਇਹ ਜੋ ਕੁਛ ਵੀ ਤੁਸੀਂ ਵਾਹ-ਵਿਲਾ ਕਰ ਰਹੇ ਹੋ ਇਹ ਕਿਤੇ ਵਧੀਆ ਨਹੀਂ। ਨਾਗਰਿਕਤਾ ਸੋਧ ਐਕਟ ਜਿਹੜਾ ਲਾਗੂ ਕੀਤਾ ਗਿਆ, ਇਹਨੇ ਪੂਰੇ ਭਾਰਤ ਨੂੰ ਐਸੇ ਭੰਬਲ ਭੂਸੇ 'ਚ ਧੱਕ ਦਿੱਤਾ। ਖਾਸ ਕਰਕੇ ਇਕੱਲੇ ਇਸੇ ਨੂੰ ਕਹਾਂਗੇ, ਇਹ ਤੋਂ ਪਹਿਲਾਂ 35A ਤੇ ਧਾਰਾ 370 ਵੇਲੇ ਜੋ ਕੁਛ ਹੋਇਆ, ਉਹਦੇ ਬਾਅਦ ਜਿਸ ਤਰ੍ਹਾਂ ਬਾਬਰੀ ਮਸਜਿਦ ਤੇ ਰਾਮ ਜਨਮ ਭੂਮੀ ਦੇ ਉੱਤੇ ਜਿਹੜਾ ਵਿਵਾਦਿਤ ਫੈਸਲਾ ਕਿਹਾ ਜਾਂਦਾ, ਜਿਹੜਾ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ, ਜਿਸ ਤਰ੍ਹਾਂ ਚੀਫ ਜਸਟਿਸ ਨੇ ਰਿਟਾਇਰ ਹੋਣ ਤੋਂ 12-13 ਦਿਨ ਪਹਿਲਾਂ ਜਿਹੜਾ ਉਹ ਫੈਸਲਾ ਦਿੱਤਾ, ਕਿਤੇ ਨਾ ਕਿਤੇ ਵਿਵਾਦਿਤ ਫੈਸਲੇ ਜਿਹੜੇ ਆ ਆਉਣ ਵਾਲੇ ਸਮੇਂ 'ਚ ਪੂਰੇ ਦੇਸ਼ ਨੂੰ ਇੱਕ ਇਹੋ ਜਿਹੇ ਪਾਸੇ ਵੱਲ ਧੱਕ ਜਾਣਗੇ ਜਿੱਥੋਂ ਦੇਸ਼ ਨੂੰ ਬਚਣਾ ਜਿਹੜਾ ਉਹ ਬੜਾ ਮੁਸ਼ਕਲ ਹੋ ਜਾਏਗਾ। ਕਿਉਂਕਿ ਪੂਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਜਿਹੜੀ ਹੈ, ਉਹਨਾਂ ਨੇ ਵਾਅਦੇ ਇੰਨੇ ਕੁ ਕੀਤੇ ਸੀ, ਵਾਅਦੇ ਪੂਰੇ ਨਹੀਂ ਸੀ ਹੋਣ ਵਾਲੇ, ਲੇਕਿਨ ਉਹਨਾਂ ਨੇ ਇਸ ਤਰੀਕੇ ਦੇ ਨਾਲ ਇੱਕ ਦੇ ਬਾਅਦ ਇੱਕ ਇਹ ਐਕਟ ਲਿਆਂਦੇ ਨੇ, ਲਿਆ ਕੇ ਇਸ ਬੰਨੇ ਨੂੰ ਪੂਰੇ ਦੇ ਪੂਰੇ ਦੇਸ਼ ਨੂੰ ਮੋੜ ਦਿੱਤਾ, ਤਾਂ ਕਿ ਕੀਤੇ ਹੋਏ ਵਾਅਦੇ ਜਿਹੜੇ ਉੱਥੋਂ ਤੱਕ ਆਉਣ ਦੀ ਕੋਈ ਹਿੰਮਤ ਨਾ ਕਰੇ। ਤੇ ਉਸ ਤੋਂ ਪਹਿਲਾਂ ਪਹਿਲ ਜਿਹੜਾ ਉਹ ਅਸੀਂ ਲੋਕਾਂ ਨੂੰ ਜਿਹੜਾ ਇਸ ਬੰਨੇ ਨੂੰ ਜਿਹੜਾ ਉਹ ਤੋੜ ਸਕੀਏ, ਤੇ ਤਾਂ ਕਿ ਉਹਦੀ ਕੋਈ ਮੰਗ ਹੀ ਨਾ ਕੱਲ੍ਹ ਨੂੰ ਉੱਠੇ, ਨਾ ਮੰਗ ਉੱਠੇਗੀ ਨਾ ਕੋਈ ਉਹਦੇ ਤੇ ਐਜੀਟੇਸ਼ਨ ਹੋਏਗੀ, ਲੋਕ ਇਹਨਾਂ ਮਸਲਿਆਂ 'ਚ ਉਲਝੇ ਰਹਿਣਗੇ। ਹੁਣ ਇਹ ਜਿਹੜਾ ਨਾਗਰਿਕਤਾ ਸੋਧ ਐਕਟ ਆ, ਇਹਦੇ ਉੱਤੇ ਲੋਕ ਇੰਨਾ ਕੋ ਲੰਬਾ ਸਮਾਂ ਪਤਾ ਨਹੀਂ ਇਹ 24 ਤੱਕ ਵੀ ਪੂਰੇ ਦੇਸ਼ 'ਚ ਕੰਪਲੀਟ ਹੁੰਦਾ ਜਾਂ ਨਹੀਂ ਹੁੰਦਾ, ਇਹਦੇ ਤੇ ਲੋਕ ਉਲਝੇ ਰਹਿਣਗੇ। ਉਹਨਾਂ ਲੋਕਾਂ ਦਾ ਕੀ ਬਣੇਗਾ ਜਿਹੜਿਆਂ ਨੂੰ ਇਹ ਦੇਸ਼ 'ਚੋਂ ਨਿਕਾਲਾ ਦੇ ਦਿੱਤਾ ਜਾਏਗਾ। ਔਰ ਕੱਲ੍ਹ ਨੂੰ ਜਦੋਂ ਸਟੇਟਾਂ ਜਿਹੜੀਆਂ 'ਚ ਅਸੀਂ ਵੀ ਬੈਠੇ ਹਾਂ ਇਹਨਾਂ ਦੇ ਵਿੱਚ ਆਇਆ ਗਿਆ, ਤਾਂ ਇੱਥੇ ਆ ਕੇ ਅਸੀਂ 1951 ਤੋਂ ਪਹਿਲਾਂ ਜਿਹੜਾ ਉਹ ਕਿੱਥੋਂ ਲਿਆ ਕੇ ਆਪਣਾ ਰਿਕਾਰਡ ਜਿਹੜਾ ਉਹ ਪੇਸ਼ ਕਰਾਂਗੇ। ਬਹੁਤਾਤ ਲੋਕ ਉਹ ਨੇ ਇੰਡੀਆ 'ਚ ਜਿਨ੍ਹਾਂ ਕੋ ਆਪਣਾ ਰਹਿਣ ਦੇ ਲਈ ਘਰ ਨਹੀਂ, ਜਿਨ੍ਹਾਂ ਕੋ ਆਪਣੀ ਕੋਈ ਪ੍ਰੋਪਰਟੀ, ਜਿਨ੍ਹਾਂ ਦੀਆਂ 3-3 4-4 ਪੁਸ਼ਤਾਂ ਜਿਹੜੀਆਂ ਉਹ ਕਿਰਾਏ ਦੇ ਮਕਾਨਾਂ 'ਚ ਰਹਿੰਦੀਆਂ ਆ ਰਹੀਆਂ ਨੇ, ਉਹ ਕਿੱਥੋਂ ਇਹ ਜਿਹੜੇ ਆ ਆਪਣੇ ਲਿਆ ਕੇ ਦਸਤਾਵੇਜ਼ ਪੇਸ਼ ਕਰਨਗੇ। ਉਹਨਾਂ ਲਈ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਉਹ ਖੜੀ ਹੋਏਗੀ। ਇਸ ਕਰਕੇ ਇਹ ਜਿਹੜਾ ਨਾਗਰਿਕ ਸੋਧ ਬਿੱਲ ਜਿਹੜਾ ਕਿ ਐਕਟ ਦਾ ਰੂਪ ਲੈ ਚੁੱਕਿਆ, ਇਹ ਕਿਤੇ ਨਾ ਕਿਤੇ ਬਹੁਤ ਕਾਹਲੀ 'ਚ ਲਿਆਂਦਾ ਗਿਆ ਐਕਟ ਹੈ। ਔਰ ਜਿਸ ਤਰੀਕੇ ਦੇ ਨਾਲ ਪੂਰੇ ਮੀਡੀਆ ਦੇ ਵਿੱਚ ਭੰਬਲ ਭੂਸਾ ਪਿਆ ਹੋਇਆ, ਪੂਰੇ ਦੇਸ਼ 'ਚ ਪਿਆ ਹੋਇਆ, ਕਿਸੇ ਨੂੰ ਸਮਝ ਨਹੀਂ ਆਉਂਦੀ ਕਿ ਨਾਗਰਿਕ ਸੋਧ ਜਿਹੜਾ ਐਕਟ ਲਿਆਂਦਾ ਗਿਆ ਇਹਨੇ ਕਿਹੜੇ ਬੰਨੇ ਨੂੰ ਦੇਸ਼ ਨੂੰ ਲੈ ਕੇ ਜਾਣਾ, ਕਿਹਨੂੰ ਦੇਸ਼ 'ਚੋਂ ਨਿਕਾਲਾ ਦਿੱਤਾ ਜਾਣਾ ਤੇ ਕਿਹਨੇ ਇਸ ਦੇਸ਼ 'ਚ ਰਹਿਣਾ, ਇਹਦੇ ਬਾਰੇ ਕਿਸੇ ਨੂੰ ਵੀ ਜਿਹੜਾ ਉਹ ਬਹੁਤੀ ਸਮਝ ਨਹੀਂ ਆ ਰਹੀ। ਸੋ ਦਰਸ਼ਕੋ, ਇਹ ਮੁੱਦਾ ਬਹੁਤ ਗੰਭੀਰ ਸੀ। ਇਸ ਮੁੱਦੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਡਿਵੈਲਪਮੈਂਟ ਹੋਣਗੀਆਂ, ਇਹਦੇ 'ਚ ਹੋਰ ਉਤਰਾਅ ਚੜ੍ਹਾਅ ਆਉਣਗੇ, ਇਹਦੇ 'ਚ ਕੋਈ ਸੋਧ ਹੁੰਦੀ ਜਾਂ ਨਹੀਂ ਹੁੰਦੀ, ਕੀ ਕੁਛ ਹੁੰਦਾ, ਇਹਦਾ ਕਿਹੋ ਜਿਹਾ ਵਾਵੇਲਾ ਹੁੰਦਾ, ਅਸਲ ਅੰਕੜੇ ਜਦੋਂ ਸਾਹਮਣੇ ਆਉਣਗੇ ਫਿਰ ਇਸ ਮੁੱਦੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਅਗਲੀ ਵਾਰ ਕਿਸੇ ਹੋਰ ਮੁੱਦੇ ਨੂੰ ਲਿਆਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।